आज तक यहाँ इतनी मूर्ति प्रतिष्ठान हुई है, इनमें से कोई भी आया पूछो। अपना ज्ञान अपने कौन है जो दुनिया दुनिया देखी है लोगों की आस्था जुड़ी हुई है बंदे नाल और तुझे आस्था नाल खिलवाड़ हो रहा है। मरेगा कार्य तुम ये चार्जी के अलावा तुम कहो कि मैं कर देता हूँ, चलो जी करके दिखाओ कोई और। जो चार्जी ने करना वो चार्जी ने करना, जो ब्राह्मण ने करना वो ब्राह्मण ने करना है। ਇੱਦਾਂ शिवलिंग ਦੇ ਕੋਲ ਬੈਠ ਕੇ ਮੇਰੇ ਵਰਗਾ ਮੈਂ ਬ੍ਰਾਹਮਣ ਨਹੀਂ ਆ ਪੂਜਾ ਕਰ ਲਵੇ ਤਾਂ ਪ੍ਰਾਣ ਪ੍ਰਤਿਸ਼ਠਾ ਹੋ ਗਈ। ਕਮੇਟੀ ਪਹਿਲਾਂ ਵੀ ਜ਼ਿੰਮੇਵਾਰ ਕਮੇਟੀ ਸੀ, ਜਿਹੜੀ ਬੇਦਬੀ ਹੋਈ ਹੈ ਉਹਦੀ ਜ਼ਿੰਮੇਵਾਰ ਵੀ ਕਮੇਟੀ ਦੀ ਹੈ ਔਰ ਹੁਣ ਕਮੇਟੀ ਨੇ ਫਿਰ ਉਹੀ ਕੰਮ ਕੀਤਾ ਵੀ ਬਗੈਰ ਲੋਕਾਂ ਦੇ ਵਿਸ਼ਵਾਸ ਦੇ ਵਿੱਚ ਚਲੇ ਆਪਣੇ ਆਪ ਹੀ ਕੰਮ ਕੀਤਾ ਤੇ ਇਸ ਕਰਕੇ ਕਮੇਟੀ ਤੇ ਬੰਦੀ ਕਾਰਵਾਈ बढ़नी चाहिए। मैंने आपकी एक क्लिप देखी है रेड जोन क्राइम रिपोर्ट पे कि मुझे यहाँ से शंख मैंने किया नाद, वहाँ से एक वेव्स आई, मुझे भोलेनाथ ने बता दिया कि चोर पकड़े गए। मुझे यहाँ से पता चला कि भोलेनाथ यहाँ से प्रकट हो रहे हैं, यहाँ से आ जाएंगे और आ गए। आप ये बताइए इसकी चांदी कहाँ है? आपको वेव्स आई कहाँ है चांदी? लेकिन जो मैं अशोक कुमार नाल अज हुणे गल करके आया तो उन्होंने एक गल का कहना सीगा कि 2 दिन लगातार तो शिवलिंग पे आ रहा पूजा हुई तो वो किसी ने भी आके मैनू आके नहीं पूछा कि पूजा कदों करनी है, कदों आराधना करनी है। और इत्थे तक करके उन्होंने ये भी कह दिता है कि मैनू ये भी नहीं पता कि 23 तरीक की जी मूर्ति स्थापना का सीगा मैनू नहीं दस्या गया। ਉਹ ਸਵਾਲ ਇਹ ਕਿ ਕਰਨਾ ਕੀ ਹੋਣਾ ਅਸੀਂ ਇਦਾਂ ਜੀ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ। ਅਸੀਂ ਨਹੀਂ ਆ 2-4 ਬੰਦੇ ਜਿਹੜੇ ਨਹੀਂ ਮੰਨਦੇ, ਪੂਰਾ ਹਿੰਦੂ ਧਰਮ ਹੀ ਨਹੀਂ ਮੰਨਦਾ ਕਿਉਂਕਿ ਇਹ ਵਿਧੀ ਵਿਧਾਨ ਦੇ ਹਿਸਾਬ ਨਾਲ ਜਿਹੜਾ ਕੰਮ ਹੀ ਨਹੀਂ ਹੋਇਆ। ਸੰਤ ਸਮਾਜ ਹੈਗੇ ਉਹਨਾਂ ਨਾਲ ਸਲਾਹ ਕੀਤੀ ਜਾਊਗੀ ਤੇ ਮੈਂ ਬਾਬਾ ਜੀ ਨੂੰ ਰਿਕੁਐਸਟ ਕਰਦਾ, ਬਾਬਾ ਜੀ ਤੁਸੀਂ ਰਹਿਣ ਦਿਓ ਵੀ 23 ਤਰੀਕ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਤੇ ਲਾਊਡ ਸਪੀਕਰ ਉਹਨਾਂ ਦਾ ਉੱਚਾ ਹੋ ਗਿਆ। ਫਿਰ ਮੈਨੂੰ ਵੀ ਆਵਾਜ਼ ਉੱਚੀ ਕਰਨੀ ਪਈ। ਮੈਂ ਕਿਹਾ ਇੱਦਾਂ ਸੰਤ ਸਮਾਜ ਨੂੰ ਤੁਸੀਂ ਬੇਵਕੂਫ ਬਣਾ ਰਹੇ। ਕਹਿੰਦੇ ਮੈਂ ਜੋ ਕਰਨਾ ਸੀ ਕਰਤਾ ਵਾ, ਤੁਸੀਂ ਜਿਹੜੀ ਆਰਮੀ ਆ ਪੁਲਿਸ ਬੁਲਾਣੀ ਬੁਲਾ ਲਓ ਮੇਰੇ ਖਿਲਾਫ। ਪਹਿਲੀ ਗੱਲ ਤਾਂ ਇਹ ਹੈ ਕਿ ਬਿਨਾਂ ਵਿਧੀ ਵਿਧਾਨ ਤੋਂ ਜਿਹੜੀ ਪ੍ਰਾਣ ਪ੍ਰਤਿਸ਼ਠਾ ਹੋਈ ਨਹੀਂ ਉਹ ਮੰਨਿਆ ਹੀ ਨਹੀਂ ਹੈ। ਸਾਰੇ ਹਿੰਦੂ ਸਮਾਜ ਨੂੰ ਇਹਦੇ ਪ੍ਰਤੀ ਠੇਸ ਪਹੁੰਚੀ ਹੈ ਔਰ ਇਹਦੇ ਬੰਦਾ ਕਾਰਵਾਈ ਜਿਹੜੀ ਉਹ ਆਪਾਂ ਕਰਾਂਗੇ, ਪਿੱਛੇ ਨਹੀਂ ਹਟਦੇ। ਦੇਖੋ ਇਹਦੇ ਵਿੱਚ ਜਿਹੜਾ ਮਾਮਲਾ ਹੈ ਇਹ ਕੋਈ ਆਮ ਪ੍ਰਾਣ ਪ੍ਰਤਿਸ਼ਠਾ ਦਾ ਨਹੀਂ ਹੈ, ਲੋਕਾਂ ਦੀ ਭਾਵਨਾਵਾਂ। ਤੁਹਾਨੂੰ ਪਤਾ ਹੈ ਜਦੋਂ ਸ਼ਿਵਲਿੰਗ ਦੀ ਬੇਦਬੀ ਹੋਈ ਤਾਂ ਕਿੰਨਾ ਲੋਕਾਂ ਨੇ ਉਗਰ ਰੂਪ ਧਾਰਨ ਕੀਤਾ। नहीं, सवाल मेरा ये है कि आम बंदा कर सकता है इनू क्योंकि ਜਿਹੜੇ ਉਹ ਬ੍ਰਾਹਮਣ ਨਹੀਂ ਅਸ਼ੋਕ ਕੁਮਾਰ ਜੀ ਬ੍ਰਾਹਮਣ ਨਹੀਂ ਹੈ। ਦੂਸਰੀ ਗੱਲ ਇਹ ਕਿ ਜਦੋਂ ਆਪਾਂ ਕਿਸੇ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ ਜਾਂ ਜਿਨ੍ਹਾਂ ਦੇ ਕੋਲ ਉਹਦੀ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਂਦੀ ਹੈ ਉਹਦੇ ਪਰਿਕਰਮਾ ਨਹੀਂ ਕੀਤੀ ਜਾਂਦੀ, ਗੱਲ ਸਹੀ ਹੈ? ਨਹੀਂ, ਪਰਿਕਰਮਾ ਤਾਂ ਹੋ ਜਾਂਦੀ ਹੈ ਪਹਿਲਾਂ। ਨਹੀਂ, ਮੂਰਤੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲੇ ਪਰਿਕਰਮਾ ਕਰਵਾ ਸਕਦੇ ਆਪਾਂ, ਤੁਸੀਂ ਕਹਿ ਸਕਦੇ? ਨਹੀਂ, ਪਰਿਕਰਮਾ ਤੋਂ ਬਾਅਦ ਹੀ ਪ੍ਰਾਣ ਪ੍ਰਤਿਸ਼ਠਾ ਹੁੰਦੀ ਹੈ। ਇਹਨਾਂ ਨੂੰ ਵੇਵਸ ਅਗਰ ਸ਼ਿਵਲਿੰਗ ਦੀ ਆਈਆਂ ਸੀ, ਚਾਂਦੀ ਦੀ ਵੀ ਵੇਵਸ ਆਈਆਂ ਹੋਣਗੀਆਂ ਵੀ ਉਹ ਚਾਂਦੀ ਕਿੱਥੇ ਹੈਗੀ ਹੈ, ਜਿਹੜੀ ਪੰਜਮੁਖੀ ਤੋਂ ਪਹਿਲਾਂ ਗੈਪ ਹੋਈ ਸੀ ਉਹ ਕਿੱਥੇ ਹੈਗੀ ਹੈ। ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ, ਇਸ ਪ੍ਰਾਣ ਪ੍ਰਤਿਸ਼ਠਾ ਨੂੰ ਤਾਂ ਮਾਨਤਾ ਹੀ ਨਹੀਂ ਦਿੱਤੀ ਜਾਣੀ ਚਾਹੀਦੀ। ਲੇਕਿਨ ਮਾਨਤਾ ਅੱਜ ਅਸੀਂ ਦੇਖਿਆ ਸੀਗਾ ਕਿ ਜਦੋਂ ਆਪਾਂ ਬੈਠੇ ਸੀਗੇ ਤੇ ਉਸ ਟਾਈਮ ਲੋਕੀ ਕਾਫੀ ਦੁੱਧ ਚੜਾ ਕੇ ਜਾ ਰਹੇ ਸੀ, ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਕਿ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਸ਼ਿਵਲਿੰਗ ਪਿੱਪਲ ਦੇ ਥੱਲੇ ਵੀ ਰੱਖ ਦਿੱਤਾ ਜਾਵੇ ਨਾ ਬਿਨਾਂ ਪ੍ਰਾਣ ਪ੍ਰਤਿਸ਼ਠਾ ਕੀਤੇ ਤਾਂ ਲੋਕੀ ਜਲ ਦੁੱਧ ਉੱਥੇ ਵੀ ਚੜਾਉਂਦੇ ਨੇ। ਰੈਡ ਜ਼ੋਨ ਕ੍ਰਾਈਮ ਨਿਊਜ਼ ਦੀ ਟੀਮ ਅੱਜ ਰਾਮਬਾਗ ਵਿਖੇ ਪਹੁੰਚੀ ਹੋਈ ਹੈ, ਜਿੱਥੇ ਅੱਜ ਫਿਰ ਇੱਕ ਮੁੱਦਾ ਭਖ ਗਿਆ। ਮੁੱਦਾ ਇਹ ਹੈ ਕਿ ਅੱਜ ਜਿਹੜਾ ਸ਼ਿਵਲਿੰਗ ਜਿਹੜਾ ਸਥਾਪਿਤ ਕਰ ਦਿੱਤਾ ਗਿਆ ਹੈਗਾ, ਜਦਕਿ ਸਥਾਪਨਾ ਕਰਨ ਦੀ ਡੇਟ ਕਈ ਹੋਰ ਸੀਗੀ। ਅੱਜ ਜਿਹੜੇ ਅਸ਼ੋਕ ਜਿਹੜੇ ਹੈਗੇ ਇੱਥੇ ਆਪਣੇ ਆਪ ਨੂੰ ਪ੍ਰਧਾਨ ਕਹਿੰਦੇ ਹੈਗੇ ਆ, ਜਿਹੜਾ ਪੁਜਾਰੀ ਕਹਿੰਦੇ ਆ, ਤੇ ਮਾਮਲਾ ਬਿਲਕੁਲ ਗਰਮਰਾ ਗਿਆ ਤੇ ਜਿਹੜੇ ਹਿੰਦੂ ਸੰਗਠਨ ਜਿਹੜੇ ਹੈਗੇ ਆ ਇੱਥੇ ਇਸ ਟਾਈਮ ਇਕੱਠੇ ਹੋਏ ਪਏ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ, ਦੇਖਦੇ ਹਾਂ ਕੀ ਕਹਿਣਾ ਚਾਹੁੰਦੇ ਉਹ। 23 ਤਰੀਕ ਦਾ ਇੱਥੇ ਦੱਸਿਆ ਗਿਆ ਸੀ ਕਿ ਸ਼ਿਵਲਿੰਗ ਦੀ ਪੂਜਾ ਕੀਤੀ ਜਾਏਗੀ ਔਰ ਮਹਾ ਪੂਜਾ ਕੀਤੀ ਜਾਏਗੀ ਤੇ ਆਮ ਲੋਕਾਂ ਨੂੰ, ਪਬਲਿਕ ਦੇ ਲੋਕਾਂ ਨੂੰ, ਜਿੰਨੇ ਵੀ ਕੈਂਟ ਦੇ ਵਸਨੀਕ ਹੈ ਉਹਨਾਂ ਨੂੰ ਬੁਲਾਇਆ ਜਾਏਗਾ। ਲੇਕਿਨ ਅੱਜ ਅਸ਼ੋਕ ਕੁਮਾਰ ਜਿਹੜੇ ਗਏ ਇੱਥੇ ਦੇ ਕਰਤਾ ਧਰਤਾ ਜਿਹੜੇ ਆਪਣੇ ਆਪ ਨੂੰ ਕਹਿੰਦੇ ਗਏ ਆ, ਉਹਨਾਂ ਨੇ ਆਪਣੇ ਆਪ ਹੀ ਸਥਾਪਨਾ ਜਿਹੜੀ ਕਰ ਦਿੱਤੀ ਗਈ ਮੂਰਤੀ, ਜਿਹਦੇ ਵਿੱਚ ਲੋਕ ਦੇ ਵਿੱਚ ਕਾਫੀ ਰੋਸ਼ ਪਾਇਆ ਜਾ ਰਿਹਾ ਜਿਹੜਾ ਹਿੰਦੂ ਸੰਗਠਨਾਂ ਦੇ ਵਿੱਚ ਹੈ। ਤੇ ਅਸੀਂ ਗੱਲਬਾਤ ਕਰਦੇ ਹਾਂ। ਹਾਂਜੀ ਵੀਰ ਜੀ, ਤੁਸੀਂ ਅੱਜ ਦਾ ਜਿਹੜਾ ਮੁੱਦਾ ਸੀਗਾ, ਹਾਂਜੀ ਬਾਂਸਲ ਵੀਰ ਜੀ ਤੁਸੀਂ ਵੀ ਆਓ ਇੱਕ ਮਿੰਟ, ਇੱਥੇ ਗੱਲਬਾਤ ਆਪਾਂ 2 ਮਿੰਟ ਜੇਕਰ ਆਪਾਂ ਅੱਜ ਆਵਾਜ਼ ਚੱਕੀਏ ਤਾਂ ਸਾਰੇ ਦੇ ਪੁੱਛਣਾ। ਤੇ ਅੱਜ ਜਿਹੜੇ ਮੁੱਦਾ ਚੱਕਿਆ ਗਿਆ ਵਾ ਕਿ ਸ਼ਿਵਲਿੰਗ ਦਾ ਜਿਹੜਾ ਇਹਨਾਂ ਨੇ ਮੂਰਤੀ ਸਥਾਪਨਾ ਕਰ ਦਿੱਤੀ, ਆਪਣੇ ਆਪ ਹੀ ਕਰ ਦਿੱਤੀ ਹੈ, ਤੇ ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਤਾਂ ਇਹੀ ਕਹਾਂਗੇ ਜੀ, ਖੰਡਨ ਕਰਦੇ ਇਸ ਗੱਲ ਦਾ, ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ। ਸਾਰੇ ਹਿੰਦੂ ਸਮਾਜ ਨੂੰ ਇਹਦੇ ਪ੍ਰਤੀ ਠੇਸ ਪਹੁੰਚੀ ਹੈ ਔਰ ਇਹਦੇ ਬੰਦਾ ਕਾਰਵਾਈ ਜਿਹੜੀ ਉਹ ਆਪਾਂ ਕਰਾਂਗੇ, ਪਿੱਛੇ ਨਹੀਂ ਹਟਦੇ। ਨਾਲੇ ਬੇਅਦਬੀ ਦਾ ਕੇਸ ਤਾਂ ਸਾਡਾ ਉੱਥੇ ਖੜਾ ਵਾ ਹਲੇ,
ਬੇਅਦਬੀ ਵਾਲਾ ਬੰਦਾ ਹਲੇ ਤੱਕ ਫੜਿਆ ਨਹੀਂ ਗਿਆ ਜੀ ਸ਼ਿਵਲਿੰਗ ਕਹਿੰਦੇ ਬਰਾਮਦ ਹੋ ਗਿਆ ਜੀ ਇਹਨਾਂ ਨੂੰ ਵੇਵਸ ਅਗਰ ਸ਼ਿਵਲਿੰਗ ਦੀ ਆਈਆਂ ਸੀ ਚਾਂਦੀ ਦੀ ਵੀ ਵੇਵਸ ਆਈਆਂ ਹੋਣਗੀਆਂ ਵੀ ਉਹ ਚਾਂਦੀ ਕਿੱਥੇ ਹੈਗੀ ਹੈ ਜਿਹੜੀ ਪੰਜਮੁਖੀ ਤੋਂ ਪਹਿਲਾਂ ਗੈਪ ਹੋਈ ਸੀ ਉਹ ਕਿੱਥੇ ਹੈਗੀ ਹੈ ਇਹ ਸਾਰਾ ਜਵਾਬ ਦੇਣਾ ਪਊਗਾ। ਲੇਕਿਨ ਜਦੋਂ ਮੈਂ ਅਸ਼ੋਕ ਕੁਮਾਰ ਨਾਲ ਅੱਜ ਹੁਣੇ ਗੱਲ ਕਰਕੇ ਆਇਆ ਤਾਂ ਉਹਨਾਂ ਨੇ ਇੱਕ ਗੱਲ ਦਾ ਕਹਿਣਾ ਸੀਗਾ ਕਿ 2 ਦਿਨ ਲਗਾਤਾਰ ਤੇ ਸ਼ਿਵਲਿੰਗ ਪਿਆ ਰਿਹਾ ਪੂਜਾ ਹੋਈ ਤੇ ਉਹ ਕਿਸੇ ਨੇ ਵੀ ਆ ਕੇ ਮੈਨੂੰ ਆ ਕੇ ਨਹੀਂ ਪੁੱਛਿਆ ਕਿ ਪੂਜਾ ਕਦੋਂ ਕਰਨੀ ਹੈ ਕਦੋਂ ਆਰਾਧਨਾ ਕਰਨੀ ਹੈ। ਔਰ ਇੱਥੇ ਤੱਕ ਕਰਕੇ ਉਹਨਾਂ ਨੇ ਇਹ ਵੀ ਕਹਿ ਦਿੱਤਾ ਹੈ ਕਿ ਮੈਨੂੰ ਇਹ ਵੀ ਨਹੀਂ ਪਤਾ ਕਿ 23 ਤਰੀਕ ਦੀ ਜਿਹੜੀ ਮੂਰਤੀ ਸਥਾਪਨਾ ਦਾ ਸੀਗਾ ਮੈਨੂੰ ਨਹੀਂ ਦੱਸਿਆ ਗਿਆ, ਨਾ ਕੰਨੂ ਨੇ ਦੱਸਿਆ ਨਾ ਦੂਸਰੇ ਬੰਦੇ ਨੇ ਦੱਸਿਆ। ਇਹ ਬਾਬਾ ਜੀ ਨੂੰ ਚਾਹੀਦਾ ਫਿਰ ਕੰਨੂ ਨੂੰ ਔਰ ਜਿਹੜੇ ਉਹ ਮੋਤੀ ਸਵੀਟਸ ਵਾਲੇ ਹੈਗੇ ਲਾਲਾ ਜੀ ਸਾਡੇ ਉਹਨਾਂ ਨੂੰ ਕਾਨਫੀਡੈਂਸ ਜਿਹੜੇ ਉਹਨਾਂ ਦੇ ਨਾਲ ਰਹਿੰਦੇ ਆ ਉਹਨਾਂ ਨੂੰ ਕਾਨਫੀਡੈਂਸ ਲੈ ਕੇ ਪੁੱਛਣ ਵੀ ਜਿਹੜੇ ਜਿਨ੍ਹਾਂ ਨੇ ਪ੍ਰਭਾਤ ਫੇਰੀ ਕੱਢੀ ਸੀਗੀ ਅਖਬਾਰ 'ਚ ਪ੍ਰਭਾਤ ਫੇਰੀ ਤੋਂ ਬਾਅਦ ਹੀ ਆਇਆ ਨਾ ਜੀ 23 ਤਰੀਕ ਨੂੰ ਮੂਰਤੀ ਸਥਾਪਨਾ ਹੋਊਗੀ ਅਸੀਂ ਆਪਣੇ ਸੰਤ ਸਮਾਜ ਨੂੰ ਸਾਰਾ ਇਨਵਾਈਟ ਕਰਤਾ ਜੀ। ਅੱਛਾ ਅਸੀਂ ਇਹ ਕਹਿੰਦੇ ਚਲੋ ਬਾਬਾ ਜੀ ਨੇ ਮੂਰਤੀ ਸਥਾਪਨਾ ਕਰਤੀ ਕੋਈ ਵਿਧੀ ਵਿਧਾਨ ਹੋਣਾ ਚਾਹੀਦਾ ਪ੍ਰਾਣ ਪ੍ਰਤਿਸ਼ਠਾ ਹੋਣੀ ਚਾਹੀਦੀ ਹੈ। ਹਾਂਜੀ ਹੁਣ ਪ੍ਰਾਣ ਪ੍ਰਤਿਸ਼ਠਾ ਤੋਂ ਗੱਲ ਕਰਦੇ ਹਾਂ ਜਿਹੜੀ ਪ੍ਰਾਣ ਪ੍ਰਤਿਸ਼ਠਾ ਹੁੰਦੀ ਹੈ ਜਿਹੜਾ ਪੁਜਾਰੀ ਹੈ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਕੁਝ ਵੀ ਹੋਵੇ ਲੇਕਿਨ ਜਿਹੜਾ ਪੁਜਾਰੀ ਹੈ ਉਹ ਪੰਡਤ ਹੀ ਬ੍ਰਾਹਮਣ ਹੀ ਗਿਣਿਆ ਜਾਂਦਾ ਵਾ ਤੇ ਸਾਡੇ ਕੋਲ ਬ੍ਰਾਹਮਣ ਜੀ ਵੀ ਖੜੇ ਪੰਡਿਤ ਜੀ ਵੀ ਖੜੇ ਆ ਤੇ ਅਸੀਂ ਪੁੱਛਦੇ ਹਾਂ ਜਦੋਂ ਕਿਸੇ ਦੀ ਪ੍ਰਾਣ ਪ੍ਰਤਿਸ਼ਠਾ ਕਿਸੇ ਮੂਰਤੀ ਦੀ ਜਾਂ ਕਿਸੇ ਚੀਜ਼ ਦੀ ਕੀਤੀ ਜਾਂਦੀ ਹੈ ਤੇ ਉਹਦੇ 'ਚ ਕੀ ਵਿਧੀ ਵਿਧਾਨ ਹੈ ਕਿ ਜਿਹੜਾ ਆਮ ਬੰਦਾ ਵੀ ਕਰ ਸਕਦਾ ਉਹਨੂੰ ਜਾਂ ਸਿਰਫ ਪੰਡਤ ਹੀ ਕਰ ਸਕਦਾ ਜਾਂ ਉੱਚ ਬ੍ਰਾਹਮਣ ਕਰ ਸਕਦਾ? ਦੇਖੋ ਇਹਦੇ ਵਿੱਚ ਜਿਹੜਾ ਮਾਮਲਾ ਹੈ ਇਹ ਕੋਈ ਆਮ ਪ੍ਰਾਣ ਪ੍ਰਤਿਸ਼ਠਾ ਦਾ ਨਹੀਂ ਹੈ, ਲੋਕਾਂ ਦੀ ਭਾਵਨਾਵਾਂ ਤੁਹਾਨੂੰ ਪਤਾ ਜਦੋਂ ਸ਼ਿਵਲਿੰਗ ਦੀ ਬੇਦਬੀ ਹੋਈ ਤਾਂ ਕਿੰਨਾ ਲੋਕਾਂ ਨੇ ਉਗਰ ਰੂਪ ਧਾਰਨ ਕੀਤਾ। ਨਹੀਂ ਸਵਾਲ ਮੇਰਾ ਇਹ ਹੈ ਕਿ ਆਮ ਬੰਦਾ ਕਰ ਸਕਦਾ ਇਹਨੂੰ ਕਿਉਂਕਿ ਜਿਹੜੇ ਉਹ ਬ੍ਰਾਹਮਣ ਨਹੀਂ ਅਸ਼ੋਕ ਕੁਮਾਰ ਜੀ ਬ੍ਰਾਹਮਣ ਨਹੀਂ ਹੈ। ਉਹੀ ਗੱਲ ਕਰ ਰਿਹਾ ਕਿ ਇਹਦੇ ਵਿੱਚ ਪ੍ਰਾਣ ਪ੍ਰਤਿਸ਼ਠਾ ਤਾਂ ਬ੍ਰਾਹਮਣ ਸਮਾਜ ਹੀ ਕਰੇਗਾ। ਦੂਸਰੀ ਗੱਲ ਇਹ ਹੈ ਕਿ ਸਾਰੇ ਸਮਾਜ ਨੂੰ ਸ਼ੋਭਾ ਯਾਤਰਾ ਕਰਕੇ ਵਿਸ਼ਵਾਸ ਦੇ ਵਿੱਚ ਲਿਆ ਗਿਆ ਵੀ ਸਾਰਿਆਂ ਦੇ ਅੱਗੇ ਸਾਰੇ ਵਿੱਚ ਬੈਠ ਕੇ ਆਪਣੇ ਹੱਥਾਂ ਨਾਲ ਕਿਉਂਕਿ ਸਾਰੇ ਦੀ ਸ਼ਰਧਾ ਹੈ ਨਾ ਸਾਰੇ ਉਗਰ ਹੋਏ ਸੀ ਵੀ ਸਾਡੀ ਬੇਦਬੀ ਹੋਈ ਹੈ ਤੇ ਅਕੇਲੇ ਦੇ ਵਿੱਚ ਬੈਠ ਕੇ ਬਿਨਾਂ ਕਿਸੇ ਬ੍ਰਾਹਮਣ ਦੇ ਬਿਨਾਂ ਕਿਸੇ ਸੰਤ ਸਮਾਜ ਦੇ ਬਿਨਾਂ ਕਿਸੇ ਹਵਨ ਯੱਗ ਦੇ ਕਿਸੇ ਵੇਦ ਮੰਤਰਾਂ ਤੋਂ ਬਗੈਰ ਤੁਸੀਂ ਪ੍ਰਤਿਸ਼ਠਾ ਕੀਤੀ ਹੈ ਤੇ ਇਹ ਜਿਹੜੀ ਹੈ ਹਿੰਦੂ ਧਰਮ ਦੇ ਔਰ ਸਨਾਤਨ ਧਰਮ ਔਰ ਸਾਡੇ ਵੇਦਾਂ ਦੇ ਵੀ ਮਤਲਬ ਖਿਲਾਫ ਹੈ। ਇਹਦੇ ਵਿੱਚ ਕੋਈ ਐਸੀ ਵਿਧੀ ਨਹੀਂ ਹੈ। ਤੇ ਦੂਸਰੀ ਗੱਲ ਇਹ ਕਿ ਜਦੋਂ ਆਪਾਂ ਕਿਸੇ ਮੂਰਤੀ ਦੀ ਸਥਾਪਨਾ ਕੀਤੀ ਜਾਂਦੀ ਹੈ ਜਾਂ ਜਿਨ੍ਹਾਂ ਦੇ ਉਹਦੀ ਪ੍ਰਾਣ ਪ੍ਰਤਿਸ਼ਠਾ ਨਹੀਂ ਕੀਤੀ ਜਾਂਦੀ ਉਹਦੇ ਪਰਿਕਰਮਾ ਨਹੀਂ ਕੀਤੀ ਜਾਂਦੀ ਗੱਲ ਸਹੀ ਹੈ? ਨਹੀਂ ਪਰਿਕਰਮਾ ਤਾਂ ਹੋ ਜਾਂਦੀ ਹੈ ਪਹਿਲਾਂ ਨਹੀਂ ਮੂਰਤੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲੇ ਵੀ ਪਰਿਕਰਮਾ ਕਰਵਾ ਸਕਦੇ ਆਪਾਂ ਤੁਸੀਂ ਕਹਿ ਸਕਦੇ ਨਹੀਂ ਪਰਿਕਰਮਾ ਤੋਂ ਬਾਅਦ ਹੀ ਪ੍ਰਾਣ ਪ੍ਰਤਿਸ਼ਠਾ ਹੁੰਦੀ ਹੈ। ਪਰਿਕਰਮਾ ਪਹਿਲਾਂ ਹੁੰਦੀ ਹੈ ਪ੍ਰਤਿਸ਼ਠਾ ਬਾਅਦ ਦੇ ਵਿੱਚ ਹੁੰਦੀ ਹੈ ਲੇਕਿਨ ਇਹ ਹੈ ਕਿ ਨਗਰ ਪਰਿਕਰਮਾ ਤਾਂ ਪਹਿਲਾਂ ਹੀ ਹੁੰਦੀ ਨਾ ਫਿਰ ਪ੍ਰਤਿਸ਼ਠਾ ਅਸੀਂ ਬਾਅਦ 'ਚ ਕਰਾਂਗੇ ਨਾ। ਅਸੀਂ ਨਗਰ ਭ੍ਰਮਣ ਕਰਾ ਕੇ ਦੇਵਤਾ ਨੂੰ ਫਿਰ ਅਸੀਂ ਉੱਥੇ ਉਹਨਾਂ ਦੀ ਪ੍ਰਤਿਸ਼ਠਾ ਕਰਾਉਂਦੇ ਹਾਂ ਲੇਕਿਨ ਬਗੈਰ ਵੇਦ ਮੰਤਰਾਂ ਦੇ ਬਗੈਰ ਬ੍ਰਾਹਮਣ ਦੇ ਔਰ ਬਗੈਰ ਹਵਨ ਯੱਗ ਦੇ ਬਗੈਰ ਪੂਜਾ ਪਾਠ ਦੇ ਔਰ ਬਗੈਰ ਸੰਗਤ ਦੇ ਵੀ ਕਿਉਂਕਿ ਸੰਗਤ ਦੇ ਬੰਦ ਵਿੱਚ ਇਹ ਸੀਗਾ ਵੀ ਅਸੀਂ ਬੈਠ ਕੇ ਨਾਲ ਆਪਣੀ ਸ਼ਰਧਾ ਦੇ ਨਾਲ ਸਾਡੇ ਸਾਹਮਣੇ ਵੀ ਕਿਉਂਕਿ ਸੰਗਤ ਨੇ ਕਾਫੀ ਸੰਘਰਸ਼ ਕੀਤਾ ਇਸ ਦੇ ਵਿੱਚ ਤੁਹਾਨੂੰ ਪਤਾ ਹੈ ਹਲੇ ਵੀ ਬੇਦਬੀ ਦਾ ਮਾਮਲਾ ਸੁਲਝਿਆ ਨਹੀਂ ਹੈ ਤੇ ਇਸ ਕਰਕੇ ਲੋਕਾਂ ਦੇ ਵਿੱਚ ਰੋਸ਼ ਜ਼ਰੂਰ ਹੈ ਔਰ ਉਹਨਾਂ ਦਾ ਰੋਸ਼ ਬਿਲਕੁਲ ਉਚਿਤ ਹੈ ਤੇ ਬੰਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਕਮੇਟੀ ਪਹਿਲਾਂ ਵੀ ਜ਼ਿੰਮੇਵਾਰ ਕਮੇਟੀ ਸੀ ਜਿਹੜੀ ਬੇਦਬੀ ਹੋਈ ਹੈ ਉਹਦੀ ਜ਼ਿੰਮੇਵਾਰੀ ਵੀ ਕਮੇਟੀ ਦੀ ਹੈ ਔਰ ਹੁਣ ਕਮੇਟੀ ਨੇ ਫਿਰ ਉਹੀ ਕੰਮ ਕੀਤਾ ਵੀ ਬਗੈਰ ਲੋਕਾਂ ਦੇ ਵਿਸ਼ਵਾਸ ਦੇ ਵਿੱਚ ਲਈ ਆਪਣੇ ਆਪ ਹੀ ਕੰਮ ਕੀਤਾ ਤੇ ਇਸ ਕਰਕੇ ਕਮੇਟੀ ਤੇ ਬੰਦੀ ਕਾਰਵਾਈ ਬਣਨੀ ਚਾਹੀਦੀ ਹੈ। ਤੇ ਬਾਂਸਲ ਜੀ ਤੁਸੀਂ ਕੀ ਚਾਹੁੰਦੇ ਹੁਣ ਲਾਸਟ ਦੇ ਵਿੱਚ ਕਿ ਹੁਣ ਤੇ ਉਹਨਾਂ ਨੇ ਜਿਹੜਾ ਜੋ ਕੰਮ ਕਰਨਾ ਸੀ ਕਰ ਦਿੱਤਾ ਜਿਹੜੀ ਪ੍ਰਾਣ ਪ੍ਰਤਿਸ਼ਠਾ ਕਰਨੀ ਕਰ ਦਿੱਤੀ ਸੀਗਾ ਤੇ ਹੁਣ ਆਪਣਾ ਅਗਲਾ ਕੀ ਆਪਾਂ ਚਾਹਾਂਗੇ ਕਿ ਜਿਹੜਾ ਹਿੰਦੂ ਧਰਮ ਦੇ ਪ੍ਰਤੀ ਕੀਤਾ ਜਾ ਸਕੇ? ਪੰਡਿਤ ਜੀ ਨੇ ਦੱਸਿਆ ਕਿ ਬਿਨਾਂ ਵਿਧੀ ਵਿਧਾਨ ਤੋਂ ਪ੍ਰਾਣ ਪ੍ਰਤਿਸ਼ਠਾ ਨਹੀਂ ਹੁੰਦੀ ਜੀ। ਇੱਦਾਂ ਸ਼ਿਵਲਿੰਗ ਦੇ ਕੋਲ ਬੈਠ ਕੇ ਮੇਰੇ ਵਰਗਾ ਮੈਂ ਬ੍ਰਾਹਮਣ ਨਹੀਂ ਆ ਪੂਜਾ ਕਰ ਲਵੇ ਤਾਂ ਪ੍ਰਾਣ ਪ੍ਰਤਿਸ਼ਠਾ ਹੋ ਗਈ। ਮੇਰੇ ਹਿਸਾਬ ਨਾਲ ਤਾਂ ਇਸ ਪ੍ਰਾਣ ਪ੍ਰਤਿਸ਼ਠਾ ਨੂੰ ਮਾਨਿਅਤਾ ਨਹੀਂ ਦਿੱਤੀ ਜਾਂਦੀ। ਪ੍ਰਾਣ ਪ੍ਰਤਿਸ਼ਠਾ ਤਾਂ ਉਦੋਂ ਹੋਏਗੀ ਜਦੋਂ ਬ੍ਰਾਹਮਣ ਸਮਾਜ ਪੂਰਾ ਇਕੱਠਾ ਹੋਏਗਾ ਪੂਰੇ ਚੌਣੀ ਦੇ ਜਾਂ ਹਿੰਦੂ ਸਮਾਜ ਦੇ ਲੋਕੀ ਇਕੱਠੇ ਹੋਣਗੇ ਪ੍ਰਾਣ ਪ੍ਰਤਿਸ਼ਠਾ ਹੋਏਗੀ ਉਦੋਂ ਪ੍ਰਾਣ ਪ੍ਰਤਿਸ਼ਠਾ ਹੁੰਦੀ ਆ। ਤਾਂ ਮੈਨੂੰ ਇੱਕ ਗੱਲ ਦਾ ਜਵਾਬ ਦਿਓ ਇਸ ਪ੍ਰਾਣ ਪ੍ਰਤਿਸ਼ਠਾ ਨੂੰ ਤਾਂ ਮਾਨਿਅਤਾ ਹੀ ਨਹੀਂ ਦਿੱਤੀ ਜਾਣੀ ਚਾਹੀਦੀ ਤੇ ਲੇਕਿਨ ਮਾਨਤਾ ਜਦ ਅਸੀਂ ਦੇਖਿਆ ਸੀਗਾ ਕਿ ਜਦੋਂ ਆਪਾਂ ਬੈਠੇ ਸੀਗੇ ਤੇ ਉਸ ਟਾਈਮ ਲੋਕੀ ਕਾਫੀ ਦੁੱਧ ਚੜਾ ਕੇ ਜਾ ਰਹੇ ਸੀ ਸਭ ਕੁਝ ਕਰਨਾ ਸ਼ੁਰੂ ਕਰ ਦਿੱਤਾ ਸੀ ਆ ਕੇ ਲੋਕਾਂ ਨੇ ਕਰਨਾ ਸ਼ੁਰੂ ਕਰ ਦਿੱਤਾ। ਸ਼ਿਵਲਿੰਗ ਪਿੱਪਲ ਦੇ ਥੱਲੇ ਵੀ ਰੱਖ ਦਿੱਤਾ ਜਾਵੇ ਨਾ ਬਿਨਾਂ ਪ੍ਰਾਣ ਪ੍ਰਤਿਸ਼ਠਾ ਕੀਤੇ ਤਾਂ ਲੋਕੀ ਜਲ ਦੁੱਧ ਉੱਥੇ ਵੀ ਚੜਾਉਂਦੇ ਨੇ ਉਹ ਅਸੀਂ ਰੋਕ ਨਹੀਂ ਸਕਦੇ। ਤੇ ਲੇਕਿਨ ਵੀਰ ਜੀ ਸਵਾਲ ਤਾਂ ਮੇਰਾ ਹੈ ਕਿ ਜਿਹੜਾ ਹੁਣ ਇਸ ਟਾਈਮ ਇੱਥੇ ਹੋ ਚੁੱਕਿਆ ਆਪਣਾ ਪ੍ਰਾਣ ਪ੍ਰਤਿਸ਼ਠਾ ਸ਼ੰਕਰ ਭਗਵਾਨ ਜੀ ਕਰ ਦਿੱਤੀ ਗਈ ਹੈ ਤੇ ਹੁਣ ਆਪਣਾ ਅਗਲਾ ਸਟੈਪ ਕੀ ਆਪਾਂ ਹੁਣ ਦੁਬਾਰਾ ਪੂਜਾ ਕਰਾਵਾਂਗੇ ਜਾਂ ਇਸੇ ਹੀ ਨੂੰ ਹੀ ਸਰ ਉਹ ਪ੍ਰਾਣ ਅਸੀਂ ਪ੍ਰਤਿਸ਼ਠਾ ਇਹਨੂੰ ਮੰਨਦੇ ਨਹੀਂ ਪ੍ਰਾਣ ਪ੍ਰਤਿਸ਼ਠਾ ਮੰਨਦੇ ਨਹੀਂ ਇਹਨੂੰ ਅਸੀਂ ਤੇ ਆਪਾਂ ਉਹ ਸਵਾਲ ਇਹ ਕਿ ਕਰਨਾ ਕੀ ਹੁਣ ਆਪਾਂ ਅਸੀਂ ਇਦਾਂ ਜੀ ਸਾਨੂੰ ਇਹਦੇ ਬਾਰੇ ਨੌਲੇਜ ਨਹੀਂ ਹੈ। ਅਸੀਂ ਨਹੀਂ ਆ ਦੋ ਚਾਰ ਬੰਦੇ ਜਿਹੜੇ ਨਹੀਂ ਮੰਨਦੇ ਪੂਰਾ ਹਿੰਦੂ ਧਰਮ ਹੀ ਨਹੀਂ ਮੰਨਦਾ ਕਿਉਂਕਿ ਇਹ ਵਿਧੀ ਵਿਧਾਨ ਦੇ ਹਿਸਾਬ ਨਾਲ ਜਿਹੜਾ ਕੰਮ ਹੀ ਨਹੀਂ ਹੋਇਆ ਸੰਤ ਸਮਾਜ ਹੈਗੇ ਉਹਨਾਂ ਨਾਲ ਵੀ ਸਲਾਹ ਕੀਤੀ ਜਾਊਗੀ ਜਿਹੜੇ ਸਾਡੇ ਨਾਲ ਅੱਗੇ ਮੋਰੀ ਹੋ ਕੇ ਤੋਰੇ ਸੀਗੇ ਉਹਨਾਂ ਨਾਲ ਵੀ ਸਲਾਹ ਕੀਤੀ ਜਾਊਗੀ ਐਮਰਜੈਂਸੀ ਮੀਟਿੰਗ ਕੱਲ 17 ਤਰੀਕ ਦਾ ਉਦਾਂ ਵੀ ਪ੍ਰਸ਼ਾਸਨ ਦਾ ਟਾਈਮ ਹੈ ਪ੍ਰਸ਼ਾਸਨ ਕੋਲ ਵੀ ਜਾਣਾ ਅਸੀਂ ਬੇਅਦਬੀ ਕਰਕੇ ਤੇ ਉਹਦੇ ਨਾਲ ਹੀ ਇਹ ਵੀ ਮੁੱਦਾ ਰੱਖਿਆ ਜਾਏਗਾ ਜੀ ਉੱਥੇ। ਕਿਉਂਕਿ ਪਹਿਲੀ ਗੱਲ ਤਾਂ ਇਹ ਹੈ ਕਿ ਬਿਨਾਂ ਵਿਧੀ ਵਿਧਾਨ ਤੋਂ ਜਿਹੜੀ ਪ੍ਰਾਣ ਪ੍ਰਤਿਸ਼ਠਾ ਹੋਈ ਨਹੀਂ ਉਹ ਮਾਨਿਆ ਹੀ ਨਹੀਂ ਹੈ। ਠੀਕ ਹੈ ਜੀ। ਜਿੰਨੀ ਦੇਰ ਤੱਕ ਬ੍ਰਾਹਮਣ ਸਮਾਜ ਇਕੱਠਾ ਹੋ ਕੇ ਪੂਰੇ ਏਰੀਏ ਦੇ ਬੰਦੇ ਇਕੱਠੇ ਹੋ ਕੇ ਇੱਥੇ ਸੰਤ ਸਮਾਜ ਇਕੱਠਾ ਹੋ ਕੇ ਨਹੀਂ ਪ੍ਰਾਣ ਪ੍ਰਤਿਸ਼ਠਾ ਕਰਾਉਂਦਾ ਤਾਂ ਮੇਰੇ ਹਿਸਾਬ ਦੇ ਨਾਲ ਤਾਂ ਉਹ ਮਾਨਿਆ ਹੀ ਨਹੀਂ ਹੈ। ਕੀ ਤੁਸੀਂ ਵੀ ਪੂਜਾ ਅਰਚਨਾ ਕਰਦੇ ਹੋ ਤੁਹਾਡੇ ਹਿਸਾਬ ਨਾਲ ਉਹ ਚੀਜ਼ ਮਾਨਿਆ ਹੋਣੀ ਚਾਹੀਦੀ ਹੈ?
ਮੈਂ ਤਾਂ ਬਿਲਕੁਲ ਇਹੀ ਕਹਿ ਰਿਹਾ ਕਿ ਜਿਹੜੀ ਅਸੀਂ ਆਪਣੇ ਵਾਸਤੇ ਪੂਜਾ ਕਰ ਸਕਦੇ ਹਾਂ, ਲੇਕਿਨ ਜਦੋਂ ਪ੍ਰਾਣ ਪ੍ਰਤਿਸ਼ਠਾ ਵਾਸਤੇ ਬ੍ਰਾਹਮਣ ਦੀ ਹੀ ਲੋੜ ਪੈਣੀ ਲੋੜ ਪੈਂਦੀ ਹੈ ਕਿ ਇੱਥੇ ਸੀਗਾ ਕੋਈ ਵੀ, ਇੱਥੇ ਮੁੰਡਿਆਂ ਕੋ ਕਈਆਂ ਕੋ ਕਲਿੱਪਿੰਗਸ ਹੈਗੀਆਂ ਅੱਜ ਦੀਆਂ ਕਿ ਇੱਥੇ ਕੋਈ ਬ੍ਰਾਹਮਣ ਮੌਜੂਦ ਨਹੀਂ ਸੀਗਾ। ਸਵੇਰੇ ਜਿਹੜੇ ਆਏ ਸੀਗੇ ਅਸੀਂ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ। ਸਭ ਤੋਂ ਪਹਿਲਾਂ ਮੈਂ, ਇੱਕ ਮਹਿਕ ਕਲੋਥ ਵਾਲੇ ਹੈਗੇ ਨੇ, ਇੱਕ ਮੇਰਾ ਛੋਟਾ ਬ੍ਰਦਰ ਹੈਗਾ ਰਾਜੀਵ ਭਾਰਦਵਾਜ, ਇੱਕ ਜਣਾ ਹੋਰ ਸੀ ਸੋਢੀ ਜੀ। ਅਸੀਂ 4 ਜਣੇ ਆ ਕੇ ਰਿਕੁਐਸਟ ਕੀਤੀ। ਟਿੰਕੂ ਅਸ਼ੋਕ ਜੀ ਦਾ ਲੜਕਾ ਬਾਹਰ ਖੜਾ ਸੀਗਾ। ਮੈਂ ਟਿੰਕੂ ਨੂੰ ਕਿਹਾ, ਮੈਂ ਟਿੰਕੂ ਯਾਰ ਆ ਕਿਹੜੇ ਕੰਮਾਂ 'ਚੋਂ ਕੰਮ ਕੀਤਾ ਵਾ? ਉਹ ਕਹਿੰਦਾ ਬਾਬਾ ਜੀ ਅੰਦਰ ਬੈਠੇ ਗੱਲ ਕਰ ਲਓ ਜੀ। ਉਸ ਵੇਲੇ ਉਹ ਅੰਦਰ ਕਮਰੇ ਸੀਗੇ, ਹਲੇ ਉਹਦੇ ਨਾਲ ਗੱਲ ਚੱਲਦੀ ਵੀ ਸੀ ਤਾਂ ਬਾਬਾ ਜੀ ਆ ਕੇ ਇੱਥੇ ਹਵਨ ਸਮੱਗਰੀ ਦੇ ਨਾਲ ਆਪਣਾ ਉਹ ਤਾਮ-ਝਾਮ ਜਿਹਾ ਕਰਨ ਲੱਗ ਪਏ। ਤੇ ਮੈਂ ਬਾਬਾ ਜੀ ਨੂੰ ਰਿਕੁਐਸਟ ਕੀਤੀ, ਮੈਂ ਬਾਬਾ ਜੀ ਤੁਸੀਂ ਰਹਿਣ ਦਿਓ ਵੀ 23 ਤਰੀਕ ਨੂੰ ਆਪਾਂ ਸਾਰਿਆਂ ਨੇ ਇਕੱਠੇ ਹੋਣਾ। ਤੇ ਲਾਊਡ ਸਪੀਕਰ ਉਹਨਾਂ ਦਾ ਉੱਚਾ ਹੋ ਗਿਆ, ਫਿਰ ਮੈਨੂੰ ਵੀ ਆਵਾਜ਼ ਉੱਚੀ ਕਰਨੀ ਪਈ। ਮੈਂ ਕਿਹਾ ਇੱਦਾਂ ਸੰਤ ਸਮਾਜ ਨੂੰ ਤੁਸੀਂ ਬੇਵਕੂਫ ਬਣਾ ਰਹੇ ਆ। ਕਹਿੰਦੇ ਮੈਂ ਜੋ ਕਰਨਾ ਸੀ ਕਰਤਾ ਵਾ, ਤੁਸੀਂ ਜਿਹੜੀ ਆਰਮੀ ਆ ਪੁਲਿਸ ਬੁਲਾਣੀ ਬੁਲਾ ਲਓ ਮੇਰੇ ਖਿਲਾਫ। ਉਹਨਾਂ ਨੇ ਅੱਗੇ ਇਹ ਜਵਾਬ ਦਿੱਤਾ ਵੀ ਮੈਂ ਮੁਰਦਾ ਫੂਕਤਾ ਵਾ, ਹੁਣ ਜੋ ਤੁਹਾਡੇ ਕੋਲ ਹੁੰਦਾ ਹੋ ਹੀ ਜਾਵੇ। ਕਹਿਣ ਦਾ ਮਤਲਬ ਕਿ ਉਹ ਸ਼ਿਵਲਿੰਗ ਦੀ ਪੂਜਾ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮੁਰਦਾ ਫੂਕਤਾ, ਇੱਦਾਂ ਦੇ ਜਿਹੜੇ ਅਲਫਾਜ਼ ਯੂਜ਼ ਕੀਤੇ ਆ ਤੇ ਭੱਦਰ ਅਲਫਾਜ਼ ਯੂਜ਼ ਕੀਤੇ ਆ ਕਿ ਸਮਾਜ ਵੱਲੋਂ ਕੋਈ ਬਰਦਾਸ਼ਤ ਨਹੀਂ ਕੀਤੇ ਜਾਣਗੇ।